नमस्कार पंजाब अपडेट देखने वाले सारे दर्शकों का स्वागत। मैं हाँ परविंदर। तमाम खबरां ते नजर पावांगे। शुरुआत करते हैं हैडलाइंस के नाल। सूबे दे विच बदलिया मौसम का मिजाज, कई थां शुरू हुई हल्की बारिश। अमृतसर दे विच दिन वेले ही छाया हनेरा, किसानां दियां वधिया चिंतावां। ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਸੜਕ ਹਾਦਸਾ, ਚਲਦੀ ਕਾਰ ਨੂੰ ਲੱਗੀ ਭਿਆਨਕ ਅੱਗ। ਕਾਰ 'ਚ ਜ਼ਿੰਦਾ ਸੜੇ ਦੋ ਵਕੀਲ, ਦਰਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ। ਦੀਵਾਲੀ ਤੇ ਵੱਖ-ਵੱਖ ਥਾਈਂ ਵਾਪਰੀਆਂ ਅੱਗਜਨੀ ਦੀਆਂ ਘਟਨਾਵਾਂ, ਕਈ ਥਾਈਂ ਦਿਖਿਆ ਅੱਗ ਦਾ ਤਾਂਡਵ। ਦੀਵਾਲੀ ਤੋਂ ਬਾਅਦ ਹੋਰ ਜ਼ਹਿਰੀਲੀ ਹੋਈ ਆਬੋ ਹਵਾ, ਅੰਮ੍ਰਿਤਸਰ ਅਤੇ ਲੁਧਿਆਣਾ ਬਣੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ। ਜਲੰਧਰ ਦੇ ਵਿੱਚ ਨਕਾਬਪੋਸ਼ ਬਦਮਾਸ਼ਾਂ ਦੀ ਦਹਿਸ਼ਤ, ਤੇਜ਼ਧਾਰ ਹਥਿਆਰ ਦੇ ਨਾਲ ਵਿਅਕਤੀ ਤੇ ਕੀਤਾ ਹਮਲਾ। ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਅਤੇ ਅੱਜ ਮਨਾਇਆ ਜਾ ਰਿਹਾ ਵਿਸ਼ਵਕਰਮਾ ਦਿਵਸ। ਦਸਤਕਾਰੀ ਦੇ ਸਾਰੇ ਔਜ਼ਾਰਾਂ ਦੀ ਕੀਤੀ ਜਾਂਦੀ ਹੈ ਪੂਜਾ ਅਰਚਨਾ। ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਨੇ ਸ਼ਿਵ ਦੇ ਤ੍ਰਿਸ਼ੂਲ ਅਤੇ ਵਿਸ਼ਨੂੰ ਦੇ ਚੱਕਰ ਦੀ ਵੀ ਕੀਤੀ ਸੀ ਰਚਨਾ। ਤੇ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਹੁਸ਼ਿਆਰਪੁਰ ਤੋਂ। ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਚਲਦੀ ਕਾਰ ਨੂੰ ਭਿਆਨਕ ਅੱਗ ਲੱਗੀ ਹੈ ਤੇ ਕਾਰ ਦੇ ਵਿੱਚ ਦੋ ਵਕੀਲ ਜ਼ਿੰਦਾ ਸੜ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਕਾਰ ਦਾ ਸੰਤੁਲਨ ਵਿਗੜਨ ਤੇ ਇਹ ਜੋ ਕਾਰ ਹੈ ਦਰਖਤ ਨਾਲ ਟਕਰਾਈ ਸੀ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਤੇ ਦੇਖਦਿਆਂ ਪੂਰੀ ਕਾਰ ਜੋ ਅੱਗ ਦੀ ਲਪੇਟ ਦੇ ਵਿੱਚ ਆ ਗਈ ਹੈ ਤੇ ਕਾਰ ਦੇ ਵਿੱਚ ਸਵਾਰ ਦੋ ਵਕੀਲ ਜ਼ਿੰਦਾ ਸੜ ਗਏ ਨੇ। ਦੱਸਿਆ ਜਾ ਰਿਹਾ ਹੈ ਕਿ ਇਹ ਜੋ ਬਾਈਪਾਸ ਤੋਂ ਚੰਡੀਗੜ੍ਹ ਦੇ ਵੱਲ ਕਾਰ ਸਵਾਰ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਕਾਰ ਦਾ ਸੰਤੁਲਨ ਵਿਗੜ ਗਿਆ ਅਤੇ ਕਾਰ ਦਰਖਤ ਨਾਲ ਜਾ ਟਕਰਾਈ ਹੈ। ਹੁਸ਼ਿਆਰਪੁਰ ਦੇ ਵਿੱਚ ਵੱਡਾ ਹਾਦਸਾ ਹੋਇਆ ਅਤੇ ਇਸ ਹਾਦਸੇ ਦੇ ਵਿੱਚ ਦੋ ਵਕੀਲਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਕਾਰ ਦੇ ਵਿੱਚ ਜ਼ਿੰਦਾ ਸੜੇ ਨੇ ਦੋ ਵਕੀਲ। ਦੱਸਿਆ ਜਾ ਰਿਹਾ ਹੈ ਕਿ ਜੋ ਇਹ ਵਕੀਲ ਸਨ ਕਾਰ ਦੇ ਵਿੱਚ ਸਵਾਰ ਹੋ ਕੇ ਪੂਰੇ ਹੀਰਾ ਬਾਈਪਾਸ ਤੋਂ ਚੰਡੀਗੜ੍ਹ ਦੇ ਵੱਲ ਜਾ ਰਹੇ ਸਨ ਕਿ ਰਸਤੇ ਦੇ ਵਿੱਚ ਜੋ ਕਾਰ ਹੈ ਦੁਰਘਟਨਾ ਦਾ ਸ਼ਿਕਾਰ ਹੋਈ ਹੈ। ਸੰਤੁਲਨ ਵਿਗੜਨ ਤੇ ਕਾਰ ਇੱਕ ਦਰਖਤ ਨਾਲ ਜਾ ਟਕਰਾਈ, ਜਿਸ ਤੋਂ ਬਾਅਦ ਕਾਰ ਨੂੰ ਅੱਗ ਲੱਗ ਗਈ ਅਤੇ ਦੇਖਦਿਆਂ ਪੂਰੀ ਕਾਰ ਜੋ ਅੱਗ ਦੀ ਲਪੇਟ ਵਿੱਚ ਆ ਗਈ ਅਤੇ ਕਾਰ ਵਿੱਚ ਸਵਾਰ ਦੋ ਵਕੀਲਾਂ ਦੀ ਮੌਤ ਹੋ ਜਾਣ ਦੀ ਖਬਰ ਹੈ। ਇਹ ਰਾਤ ਹਾਦਸਾ ਹੋਇਆ ਹੈਗਾ। ਕਾਰ 'ਚ ਦੋ ਵਿਅਕਤੀ ਪਤਾ ਲੱਗਾ ਸੀ ਜਦੋਂ ਗੱਡੀ ਵੱਜੀ ਹੈ। ਰਾਤੀ 10:30 ਵਜੇ ਦੇ ਕਰੀਬ ਕੰਟਰੋਲ ਰੂਮ 'ਤੇ ਮੈਸੇਜ ਆਇਆ। ਫਿਰ ਸਾਡੀ ਪੁਲਿਸ ਪਾਰਟੀ ਪਹੁੰਚ ਗਈ ਅਤੇ ਉਹ ਪਾਇਆ ਗਿਆ ਵੀ ਕਾਰ ਇੱਕ ਵੱਜ ਗਈ ਦਰਖਤ ਦੇ ਨਾਲ ਅਤੇ ਉਹਨੂੰ ਅੱਗ ਲੱਗ ਗਈ। ਅਤੇ ਪਹਿਲਾਂ ਤਾਂ ਕਾਫੀ ਜਦੋਜਹਿਦ ਨਾਲ ਅੱਗ ਤੇ ਕਾਬੂ ਪਾਇਆ। ਲੋਕਾਂ ਨੇ ਵੀ ਸਹਿਯੋਗ ਦਿੱਤਾ ਕਾਫੀ, ਔਰ ਲੋਕਾਂ ਦੀ ਹੈਲਪ ਨਾਲ ਵੀ ਉਹਦੀ ਕੋਸ਼ਿਸ਼ ਕੀਤੀ ਗਈ ਅਤੇ ਉਹ ਫਿਰ ਰਾਤ ਅੱਗ ਤਾਂ ਬੁਝਾ ਲਈ ਸੀਗੀ। ਦੋ ਉਹਦੇ ਵਿੱਚ ਨਜ਼ਰ ਆ ਰਿਹਾ ਸੀਗਾ ਵੀ ਬੋਡੀ ਹੈਗੀਆਂ, ਉਹ ਸੜ ਚੁੱਕੇ ਸੀਗੇ, ਦੋ ਜਣੇ ਸੀਗੇ। ਫਿਰ ਉਹ ਸਵੇਰੇ ਆਈਡੈਂਟੀਫਿਕੇਸ਼ਨ ਉਹਨਾਂ ਦੀ ਗੱਡੀ ਦੇ ਨੰਬਰ ਤੋਂ ਅਸੀਂ ਕਰਵਾਈ ਹੈ। ਇਹ ਰਾਤ ਹਾਦਸਾ ਹੋਇਆ ਹੈਗਾ। ਕਾਰ 'ਚ ਰੋਸ਼ਨੀ ਦਾ ਤਿਉਹਾਰ ਦੀਵਾਲੀ ਜਿੱਥੇ ਬੜੇ ਹੀ ਉਤਸ਼ਾਹ ਨਾਲ ਮਨਾਇਆ ਗਿਆ, ਉੱਥੇ ਦੀਵਾਲੀ ਦੀ ਰਾਤ ਵੱਖ-ਵੱਖ ਥਾਈਂ ਅੱਗ ਦਾ ਤਾਂਡਵ ਵੀ ਦੇਖਣ ਨੂੰ ਮਿਲਿਆ। ਕਈ ਥਾਈਂ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ। ਅਬੋਹਰ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕੋਟਨ ਫੈਕਟਰੀ ਦੇ ਵਿੱਚ ਭਿਆਨਕ ਅੱਗ ਲੱਗਣ ਦੇ ਨਾਲ ਫੈਕਟਰੀ ਦੇ ਵਿੱਚ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਦੂਜੇ ਪਾਸੇ ਬਠਿੰਡਾ ਦਾ ਜ਼ਿਕਰ ਕਰੀਏ ਤਾਂ ਇੱਥੇ ਵੀ ਖਿਡੌਣਿਆਂ ਦੇ ਗੋਦਾਮ ਦੇ ਵਿੱਚ ਅੱਗ ਲੱਗੀ ਹੈ। 3 ਮੰਜ਼ਲਾ ਇਮਾਰਤ ਪੂਰੀ ਤਰ੍ਹਾਂ ਅੱਗ ਦੀ ਲਪੇਟ ਵਿੱਚ ਆਈ ਹੈ, ਜਿਸ ਕਰਕੇ ਲੱਖਾਂ ਰੁਪਏ ਦਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਤੋਂ ਇਲਾਵਾ ਅੰਮ੍ਰਿਤਸਰ ਦੇ ਵਿੱਚ ਵੀ ਲੋਹੇ ਦੀ ਫੈਕਟਰੀ ਦੇ ਵਿੱਚ ਅੱਗ ਲੱਗਣ ਦੀ ਜੋ ਖਬਰ ਸਾਹਮਣੇ ਆਈ ਹੈ ਅਤੇ ਫੈਕਟਰੀ ਦੇ ਅੰਦਰ ਪਿਆ ਸਾਰਾ ਜੋ ਸਮਾਨ ਹੈ ਅੱਗ ਦੀ ਭੇਟ ਚੜ੍ਹ ਗਿਆ ਅਤੇ ਫੈਕਟਰੀ ਦੇ ਵਿੱਚ ਵੱਡਾ ਨੁਕਸਾਨ ਹੋਇਆ। ਵਾਘਾ ਪੁਰਾਣਾ ਦੇ ਵਿੱਚ ਵੀ ਕਬਾੜ ਦੇ ਗੋਦਾਮੇ ਦੇ ਵਿੱਚ ਅੱਗ ਲੱਗਣ ਦੇ ਨਾਲ ਸਮਾਨ ਸੜ ਕੇ ਸੁਆਹ ਹੋ ਗਿਆ। ਹਾਲਾਂਕਿ ਅੱਗ ਲੱਗਣ ਦੇ ਜੋ ਕਾਰਨ ਹੈ ਸਪਸ਼ਟ ਨਹੀਂ ਹੋ ਪਾਏ ਨੇ। ਦੱਸਿਆ ਜਾ ਰਿਹਾ ਹੈ ਕਿ ਪਟਾਕਿਆਂ ਦੀ ਚਿੰਗਿਆਰੀ ਦੇ ਨਾਲ ਇਹ ਜੋ ਅੱਗ ਲੱਗਣ ਦੀਆਂ ਘਟਨਾਵਾਂ ਵਾਪਰੀਆਂ ਨੇ। ਵੱਖ-ਵੱਖ
ਸੂਬੇ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ, ਸਭ ਤੋਂ ਪਹਿਲਾਂ ਬਾਘਾ ਪੁਰਾਣਾ ਦੇ ਵਿੱਚ ਵੀ ਅੱਗ ਲੱਗੀ ਹੈ। ਬਠਿੰਡਾ, ਅੰਮ੍ਰਿਤਸਰ ਤੇ ਅਬੋਹਰ ਦੇ ਵਿੱਚ ਫੈਕਟਰੀ ਦੇ ਵਿੱਚ ਅੱਗ ਲੱਗਣ ਦੇ ਨਾਲ ਤਕਰੀਬਨ ਲੱਖਾਂ ਰੁਪਏ ਦੇ ਨੁਕਸਾਨ ਦਾ ਖਰਚਾ ਜਤਾਇਆ ਜਾ ਰਿਹਾ ਤੇ ਇਹ ਵੀ ਸ਼ੱਕ ਜਤਾਇਆ ਜਾ ਰਿਹਾ ਕਿ ਜੋ ਇਹ ਅੱਗ ਲੱਗਣ ਦੀਆਂ ਘਟਨਾਵਾਂ ਨੇ ਪਟਾਕਿਆਂ ਤੋਂ ਚਿੰਗਿਆੜੀ ਡਿੱਗਣ ਦੇ ਨਾਲ ਵਾਪਰੀਆਂ ਨੇ। ਉਧਰ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਤੇ ਪਹਿਲਾਂ ਦੀਵਾਲੀ ਤੋਂ ਇੱਕ ਰਾਤ ਪਹਿਲਾਂ ਗੋਲੀਬੰਦੀ ਦੀ ਉਲੰਘਣਾ ਕੀਤੀ ਗਈ ਹੈ ਤੇ ਦੀਵਾਲੀ ਵਾਲੀ ਰਾਤ ਨੂੰ ਗੁਰਦਾਸਪੁਰ ਦੀ BSF ਚੱਕਰੀ ਪੋਸਟ ਤੇ ਘੁਸਪੈਠ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਹੈ। ਪਾਕਿਸਤਾਨ ਦੇ ਵੱਲੋਂ ਰਾਤ ਤਕਰੀਬਨ 11 ਵਜੇ ਇਹ ਜੋ ਨਾਪਾਕ ਹਰਕਤ ਕੀਤੀ ਗਈ ਹੈ, ਪਰ ਇਸ ਨੂੰ BSF ਦੇ ਜਵਾਨਾਂ ਦੇ ਵੱਲੋਂ ਨਾਕਾਮ ਕਰ ਦਿੱਤਾ ਗਿਆ ਤੇ BSF ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ। 88 ਦੇ ਕਰੀਬ ਜੋ ਰਾਉਂਡ ਫਾਇਰ ਕੀਤੇ ਗਏ ਨੇ, ਜਿਸ ਤੋਂ ਬਾਅਦ ਘੁਸਪੈਠੀਏ ਮੌਕੇ ਤੋਂ ਫਰਾਰ ਹੋ ਗਏ ਅਤੇ ਜੋ ਸਰਹੱਦ ਤੇ BSF ਦੇ ਵੱਲੋਂ ਪੂਰੀ ਚੌਕਸੀ ਵਧਾ ਦਿੱਤੀ ਗਈ ਹੈ। ਸਰਚ ਆਪਰੇਸ਼ਨ ਵੀ ਚਲਾਇਆ ਜਾ ਰਿਹਾ ਹੈ। ਤੇ ਅਗਲੀ ਖਬਰ ਅਜਨਾਲਾ ਤੋਂ ਹੈ, ਜਿੱਥੇ ਕਿ ਕਸਬਾ ਗੱਗੋ ਮਾਹਲ ਦੇ ਵਿੱਚ ਇੱਕ ਬੱਚੇ ਦੀ ਸ਼ਰਾਰਤ 11 ਸਾਲ ਦੇ ਬੱਚੇ ਦੀ ਮੌਤ ਦਾ ਕਾਰਨ ਬਣੀ ਹੈ। ਵੈਲਡਿੰਗ ਦੀ ਦੁਕਾਨ ਤੇ ਕੰਮ ਕਰਦੇ 11 ਸਾਲ ਦੇ ਬੱਚੇ ਦੇ ਸਾਥੀ ਨੇ ਫਿਲਟਰ ਸਾਫ਼ ਕਰਨ ਵਾਲੀ ਮਸ਼ੀਨ ਦੇ ਨੋਜ਼ਲ ਦੇ ਨਾਲ ਇੱਕ ਬੱਚੇ ਦੇ ਨਾਲ ਸ਼ਰਾਰਤ ਕੀਤੀ ਅਤੇ ਪੇਟ ਦੇ ਵਿੱਚ ਹਵਾ ਭਰਨ ਦੇ ਨਾਲ 11 ਸਾਲਾ ਅਨਮੋਲ ਦੀ ਹਾਲਤ ਗੰਭੀਰ ਹੋ ਗਈ, ਜਿਸ ਤੋਂ ਬਾਅਦ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ, ਜਿੱਥੇ ਕਿ ਉਸਨੇ ਦਮ ਤੋੜ ਦਿੱਤਾ। ਉਧਰ ਦੂਜੇ ਪਾਸੇ ਪਰਿਵਾਰ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ। उन्होंने दुकान ते लवाया है। मैं 5-6 महीने हो गए बिल्डिंग वाली दुकान ते लवाया ही। हाँ जी, लागे बिल्डिंग वाली दुकान दे लागे टायरां वाली दुकान ही। कोई मुंडे ने शैतानी कीती उहदे नाल, उहदे बाहर वाले थां ला के नाली हवा भर दित्ती, उहदे नाल उहदी महाराज मौत हो गई। मेरे नाल बहुत ज़्यादा धक्का होया महाराज। ਇਹ ਇੱਥੇ ਨਾ ਅਨਮੋਲਪ੍ਰੀਤ ਸਿੰਘ ਬੱਚਾ ਸੀ, 14 ਸਾਲ ਦੀ ਉਮਰ ਸੀ ਤੇ ਉਹ ਦੁਕਾਨ ਤੇ ਹੈਗਾ ਸੀ, ਕੰਮ ਸਿੱਖਦਾ ਸੀ ਤੇ ਉਹਦੀ ਨਾ ਲਾਗੇ ਟਾਇਰਾਂ ਵਾਲੀ ਦੁਕਾਨ ਸੀ। ਉਹਦੇ ਇੱਕ ਹੋਰ ਬੱਚਾ ਵੀ ਉੱਥੇ ਕੰਮ ਕਰਦਾ ਸੀ। ਉਹਨੇ ਜਿਹੜਾ ਹੈਗਾ ਆ ਉਹਦੀ 16-17 ਉਮਰ ਸਾਲ ਆ ਤੇ ਸਰਵਨਪ੍ਰੀਤ ਉਹਦੇ ਨਾਂ ਆ। ਉਹਨੇ ਨਾ ਆਪਣੇ ਇਹਦੇ ਨਾ ਹਵਾ ਭਰ ਦਿੱਤੀ ਉਹਦੇ ਨਾਲ, ਨਾਲੀ ਦੇ ਨਾਲ ਹਵਾ ਭਰਨ ਵਾਲੀ ਨਾਲ ਪੇਟ ਦੇ ਵਿੱਚ ਹਵਾ ਭਰ ਦਿੱਤੀ ਹੈ ਤੇ ਉਹਦੇ ਨਾਲ ਉਹਨੂੰ ਫਿਰ ਉਹਨਾਂ ਨੇ ਦਾਖਲ ਕਰਾਇਆ ਸੀ ਗੁਰੂ ਆਪਣੇ ਰਾਮਦਾਸ ਹਸਪੀਟਲ। ਉੱਥੇ ਉਹਦੀ ਦਾਣੇ ਇਲਾਜ ਮੌਤ ਹੋ ਗਈ ਹੈ ਤੇ ਬਿਆਨ ਤੇ ਅਸੀਂ ਪਰਚਾ ਦਰਜ ਕਰ ਲਿਆ 304 ਦਾ। ਉਧਰ ਦੀਵਾਲੀ ਦੀ ਰਾਤ ਮਲੇਰਕੋਟਲਾ ਦੇ ਪਿੰਡ ਕਲਿਆਣ ਦੇ ਵਿੱਚ ਇੱਕ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ ਕੀਤੇ ਜਾਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਕਰੀਬੀ ਗੋਰਖਨਾਥ ਨੇ ਦੱਸਿਆ ਹੈ ਕਿ ਪਰਮਿੰਦਰ ਸਿੰਘ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਕੁਝ ਨੌਜਵਾਨਾਂ ਨੇ ਉਸ ਨੂੰ ਘੇਰ ਕੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਅਤੇ ਹਸਪਤਾਲ ਲਿਜਾਂਦਿਆਂ ਹੋਇਆਂ ਰਸਤੇ ਵਿੱਚ ਹੀ ਨੌਜਵਾਨ ਨੇ ਦਮ ਤੋੜ ਦਿੱਤਾ। ਉਧਰ ਦੂਜੇ ਪਾਸੇ ਮ੍ਰਿਤਕ ਦੇ ਸਾਥੀ ਦੇ ਬਿਆਨਾਂ ਦੇ ਆਧਾਰ ਤੇ 2 ਅਣਪਛਾਤੀਆਂ ਸਮੇਤ 7 ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ, ਪਰ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ। ਦੀਵਾਲੀ ਦੀ ਰਾਤ ਇਹ ਜੋ ਹੱਤਿਆਕਾਂਡ ਵਾਪਰਿਆ ਮਲੇਰਕੋਟਲਾ ਦੇ ਵਿੱਚ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਇਹ ਜੋ ਨੌਜਵਾਨ ਹੈ ਮੋਟਰਸਾਈਕਲ ਤੇ ਵਾਪਸ ਪਰਤ ਰਿਹਾ ਸੀ ਕਿ ਰਸਤੇ ਵਿੱਚ ਇਸ ਨੂੰ ਘੇਰ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ। ਇਸ ਤੋਂ ਬਾਅਦ ਜਦੋਂ ਜ਼ਖਮੀ ਹਾਲਤ ਦੇ ਵਿੱਚ ਨੌਜਵਾਨ ਨੂੰ ਹਸਪਤਾਲ ਲਿਜਾਇਆ ਜਾ ਰਿਹਾ ਸੀ ਕਿ ਰਸਤੇ ਵਿੱਚ ਹੀ ਨੌਜਵਾਨ ਦੀ ਮੌਤ ਹੋ ਗਈ ਹੈ। ਉਧਰ ਮ੍ਰਿਤਕ ਦੇ ਸਾਥੀ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਦੇ ਵੱਲੋਂ 2 ਅਣਪਛਾਤਿਆਂ ਸਮੇਤ 7 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ। ਕਾਰਵਾਈ ਕੀਤੀ ਜਾ ਰਹੀ ਹੈ, ਪਰ ਹਾਲੇ ਤੱਕ ਕਿਸੇ ਦੀ ਵੀ ਗ੍ਰਿਫਤਾਰੀ ਨਹੀਂ ਹੋ ਪਾਈ ਹੈ। ਤੇ ਉਧਰ ਲਹਿਰਾ ਗਾਗਾ ਦੇ ਪਿੰਡ ਪਠੂਆ ਦੇ ਵਿੱਚ ਵੀ ਕਤਲ ਦੀ ਵਾਰਦਾਤ ਵਾਪਰੀ ਹੈ। ਨੌਜਵਾਨ ਦਾ ਤੇਜ਼ਧਾਰ ਹਥਿਆਰਾਂ ਦੇ ਨਾਲ ਕਤਲ ਕੀਤਾ ਗਿਆ। ਮ੍ਰਿਤਕ ਨੌਜਵਾਨ ਸੁਖਵਿੰਦਰ ਸਿੰਘ ਦੇ ਭਰਾ ਨੇ ਦੱਸਿਆ ਹੈ ਕਿ ਰੋਜ਼ਾਨਾ ਦੀ ਤਰ੍ਹਾਂ ਖਾਣਾ ਖਾਣ ਤੋਂ ਬਾਅਦ ਉਹ ਸੈਰ ਕਰਨ ਗਿਆ, ਪਰ ਦੇਰ ਰਾਤ ਤੱਕ ਵਾਪਸ ਨਹੀਂ ਪਰਤਿਆ ਤੇ ਉਹਨਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ। ਮ੍ਰਿਤਕ ਨੌਜਵਾਨ ਦੀ ਲਾਸ਼ ਪਿੰਡ ਤੋਂ 1 ਕਿਲੋਮੀਟਰ ਦੂਰ ਬਰਾਮਦ ਹੋਈ ਹੈ। ਉਧਰ ਪੁਲਿਸ ਦੇ ਵੱਲੋਂ CCTV ਕੈਮਰਿਆਂ ਦੀ ਫੁਟੇਜ ਨੂੰ ਵੀ ਖੰਗਾਲਿਆ ਜਾ ਰਿਹਾ ਤਾਂ ਜੋ ਕਾਤਲਾਂ ਦਾ ਕੋਈ ਸੁਰਾਗ ਮਿਲ ਸਕੇ। ਵੀਰੇ ਰਾਤ ਪੌਣੇ 8 ਵਜੇ ਘਰੋਂ ਗਏ ਇਹ, ਠੀਕ ਹੈ। ਘਰੋਂ ਜਾ ਕੇ ਬਾਅਦ 'ਚ
ਉੱਥੇ ਸੈਰ ਕਰਨ ਜਾਇਆ ਕਰਦਾ ਘੁੰਮਣ ਜੀ। ਠੀਕ ਹੈ, ਤੇ ਬਾਅਦ 'ਚ ਫੋਨ ਕਰਾਇਆ, ਫੋਨ ਇਹਦਾ ਬੰਦ ਆਈ ਗਿਆ। ਫਿਰ ਮੈਨੂੰ ਭਾਬੀ ਜੀ ਨੇ ਠਾਲਿਆ, ਜਦ ਰਾਤ ਭਾਬੀ ਜੀ ਨੇ 1:30 ਵਜੇ ਦੇਖਿਆ, 2 ਵਜੇ ਵੀ ਮੈਨੂੰ ਕਹਿੰਦੀ ਕੁਛ ਹੀ ਨਹੀਂ ਆਇਆ। ਮੈਂ ਭੱਜ ਕੇ ਉੱਠਿਆ, ਜਦ ਮੈਂ ਦੇਖਿਆ ਮੇਰੇ ਵਾਲੇ ਫੋਨ 'ਤੇ ਫੋਨ ਆਏ ਹੋਏ ਸੀ, ਤੇ ਮੈਂ ਜਾ ਕੇ ਦੇਖਿਆ ਜੀ ਅੱਗੇ ਕੁਝ ਵੀ ਨਹੀਂ ਸੀ ਜੀ। ਡਿਸਟ੍ਰਿਕਟ ਸੰਗਰੂਰ ਦੇ ਵਿੱਚ ਸਬ ਡਿਵੀਜ਼ਨ ਮੂਨਕ ਔਰ ਥਾਣਾ ਮੂਨਕ ਦਾ ਪਿੰਡ ਪੈਂਦਾ ਭਾਠੂਆਂ। ਉੱਥੇ ਮਤਲਬ ਦੀਵਾਲੀ ਦੇ ਦਿਨ ਚੱਲਦੇ ਨੇ। ਰਾਤ ਦੀ ਵਾਰਦਾਤ ਹੈ ਕਿ ਇਹ ਲੜਕਾ ਸੀ ਜਿਹੜਾ ਸੁਖਵਿੰਦਰ ਸਿੰਘ ਉਰਫ ਖੁਸ਼ੀ, ਕਾਫੀ ਮਸ਼ਹੂਰ ਸੀ ਇਹ। ਪਹਿਲਾਂ ਟਿਕਟੌਕ ਹੁਣ ਬੰਦ ਹੋ ਗਿਆ। ਉਹ ਟਿਕਟੌਕ 'ਤੇ ਵੀ ਇਹਦਾ ਅਕਾਊਂਟ ਬਣਿਆ ਹੋਇਆ ਸੀ, ਕਾਫੀ ਜ਼ਿਆਦਾ ਇਹ ਫੇਮਸ ਸੀਗਾ। ਇਹਦੇ ਫੋਲੋਅਰ ਵੀ ਸੀਗੇ, ਪਰ ਬੰਦ ਆ ਰਿਹਾ ਸੀ। ਉਹਨੇ ਉਸੇ ਤਰ੍ਹਾਂ ਹੀ ਜਿੱਧਰ ਸੈਰ ਸੂਰ ਕਰਦਾ ਉਹ ਫੋਨ ਕਰਦਾ ਰਹਿੰਦਾ ਸੀ। ਤਾਂ ਉਹ ਚੈੱਕ ਕੀਤਾ ਤਾਂ ਉਹਦੀ ਬੋਡੀ ਪਈ ਸੀ ਪਿੰਡ ਤੋਂ 1 ਕਿਲੋਮੀਟਰ ਦੂਰ, ਔਰ ਬੁਰੀ ਤਰ੍ਹਾਂ ਮੂੰਹ ਤੇ ਕੱਟ ਸੀਗੇ, ਵੱਢਿਆ ਹੋਇਆ ਸੀ। ਸੂਬੇ ਭਰ ਦੇ ਵਿੱਚ ਦੀਵਾਲੀ ਦਾ ਤਿਉਹਾਰ ਬੜੀ ਹੀ ਧੂਮਧਾਮ ਨਾਲ ਮਨਾਇਆ ਗਿਆ। ਮਲੇਰਕੋਟਲਾ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੀ ਸਮਾਜ ਸੇਵੀ ਸੰਸਥਾਵਾਂ ਦੇ ਵੱਲੋਂ ਲੋਕਾਂ ਨੂੰ ਗ੍ਰੀਨ ਦੀਵਾਲੀ ਮਨਾਉਣ ਦੇ ਲਈ ਉਤਸ਼ਾਹਿਤ ਕੀਤਾ ਗਿਆ ਹੈ। ਸੰਸਥਾ ਦੇ ਵੱਲੋਂ ਬੂਟੇ ਵੰਡ ਕੇ ਵਾਤਾਵਰਣ ਪ੍ਰਤੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਹੈ। ਖੇਤੀ ਕਾਨੂੰਨ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਵੀ ਜੋ ਰੋਸ ਦਾ ਮਾਹੌਲ ਹੈ, ਤੇ ਰੂਪਨਗਰ ਦੇ ਵਿੱਚ ਵੀ ਕਿਸਾਨਾਂ ਵੱਲੋਂ ਕਾਲੀ ਦੀਵਾਲੀ ਮਨਾ ਕੇ ਪ੍ਰਦਰਸ਼ਨ ਕੀਤਾ ਗਿਆ ਹੈ। ਕੇਂਦਰ ਸਰਕਾਰ ਦੇ ਖਿਲਾਫ ਆਪਣਾ ਰੋਸ ਵਿਅਕਤ ਕਰਦਿਆਂ ਹੋਇਆਂ ਖੇਤੀ ਕਾਨੂੰਨ ਨੂੰ ਰੱਦ ਕਰਨ ਦੀ ਮੰਗ ਕੀਤੀ ਗਈ ਹੈ। ਦੂਜੇ ਪਾਸੇ ਜੇਕਰ ਤਲਵੰਡੀ ਸਾਬੋ ਦੀ ਗੱਲ ਕਰੀਏ ਤਾਂ ਇੱਥੇ ਵੀ ਧੂਮਧਾਮ ਦੇ ਨਾਲ ਦੀਵਾਲੀ ਦਾ ਤਿਉਹਾਰ ਮਨਾਇਆ ਗਿਆ, ਪਰ ਇਸ ਵਾਰ ਕਿਸਾਨ ਦੀਵਾਲੀ ਦੇ ਤਿਉਹਾਰ ਮੌਕੇ ਕੇਂਦਰ ਸਰਕਾਰ ਦਾ ਵਿਰੋਧ ਕਰਦੇ ਨਜ਼ਰ ਆਏ ਨੇ। ਮਲੋਟ ਦੇ ਵਿੱਚ ਵੀ ਦੀਵਾਲੀ ਦੇ ਮੌਕੇ ਤੇ ਕਾਫੀ ਰੌਣਕਾਂ ਵੇਖਣ ਨੂੰ ਮਿਲੀਆਂ, ਪਰ ਇਸ ਵਾਰ ਦੁਕਾਨਾਂ ਤੋਂ ਰੌਣਕਾਂ ਗਾਇਬ ਰਹੀਆਂ ਨੇ। ਕਰੋਨਾ ਦਾ ਜੋ ਮਾਰ ਪਈ ਹੈ, ਆਰਥਿਕ ਨੁਕਸਾਨ ਹੋਇਆ ਦੁਕਾਨਦਾਰਾਂ ਦਾ, ਅਤੇ ਇਸ ਵਾਰ ਖਰੀਦਦਾਰੀ ਘੱਟ ਹੋਣ ਦੇ ਚਲਦਿਆਂ ਦੁਕਾਨਦਾਰਾਂ ਨੂੰ ਕਾਫੀ ਨੁਕਸਾਨ ਝੱਲਣਾ ਪਿਆ। ਤੇ ਹੁਣ ਗੱਲ ਕਰਦੇ ਹਾਂ ਮੌਸਮ ਦੇ ਬਦਲੇ ਮਿਜਾਜ਼ ਦੀ। ਦੀਵਾਲੀ ਤੋਂ ਬਾਅਦ ਸੂਬੇ ਦੇ ਵਿੱਚ ਮੌਸਮ ਦਾ ਮਿਜਾਜ਼ ਬਦਲ ਗਿਆ ਹੈ। ਕਈ ਥਾਈਂ ਮੌਸਮ ਨੇ ਕਰਵਟ ਲਈ ਹੈ। ਅੰਮ੍ਰਿਤਸਰ ਦੀ ਜੇਕਰ ਗੱਲ ਕਰੀਏ ਤਾਂ ਇੱਥੇ ਵੀ ਦਿਨ ਵੇਲੇ ਹਨੇਰਾ ਛਾ ਗਿਆ ਅਤੇ ਦੁਪਹਿਰ ਦੇ ਸਮੇਂ ਹੀ ਲਾਈਟਾਂ ਜੋ ਜਗਾਈਆਂ ਗਈਆਂ ਨੇ। ਵੱਖ-ਵੱਖ ਥਾਈਂ ਤਸਵੀਰਾਂ ਤੁਸੀਂ ਦੇਖ ਰਹੇ ਹੋ। ਮੋਗਾ, ਅੰਮ੍ਰਿਤਸਰ, ਤਰਨਤਾਰਨ, ਮਮਦੋੜ ਦੇ ਵਿੱਚ ਜੋ ਮੌਸਮ ਦਾ ਮਿਜਾਜ਼ ਬਦਲਿਆ, ਤੇਜ਼ ਹਵਾਵਾਂ ਦੇ ਨਾਲ ਕਈ ਥਾਈਂ ਹਲਕੀ ਬਾਰਿਸ਼ ਵੀ ਹੋਈ ਹੈ, ਅਤੇ ਮਮਦੋੜ ਦੇ ਵਿੱਚ ਤੇਜ਼ ਹਵਾ ਦੇ ਨਾਲ ਬਾਰਿਸ਼ ਪੈਣ ਦੀ ਖਬਰ ਹੈ। ਜੇਕਰ ਤਰਨਤਾਰਨ ਦੀ ਗੱਲ ਕਰੀਏ ਤਾਂ ਇੱਥੇ ਵੀ ਜੋ ਮੌਸਮ ਨੇ ਕਰਵਟ ਲਈ ਹੈ, ਕਈ ਥਾਈਂ ਜੋ ਤੇਜ਼ ਹਵਾਵਾਂ ਚੱਲ ਰਹੀਆਂ ਨੇ ਅਤੇ ਨਾਲ ਹੀ ਹਲਕੇ ਤੋਂ ਦਰਮਿਆਨੀ ਬਾਰਿਸ਼ ਵੀ ਹੋਈ ਹੈ ਸੂਬੇ ਦੇ ਵਿੱਚ। ਮੌਸਮ ਮਾਹਰਾਂ ਦਾ ਕਹਿਣਾ ਸੀ ਕਿ ਦੀਵਾਲੀ ਤੋਂ ਬਾਅਦ ਜੋ ਸੂਬੇ ਦੇ ਵਿੱਚ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ, ਅਤੇ ਜੋ ਬਾਰਿਸ਼ ਦੇ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਦੇ ਵਿੱਚ ਵੀ ਇਜ਼ਾਫਾ ਹੋਣ ਦੀ ਜੋ ਖਬਰ ਨਸ਼ਰ ਕੀਤੀ ਗਈ ਸੀ। ਮੌਸਮ ਮਾਹਰਾਂ ਦੇ ਵੱਲੋਂ ਭਵਿੱਖਬਾਣੀ ਕੀਤੀ ਗਈ ਸੀ ਕਿ ਮੌਸਮ ਦਾ ਮਿਜਾਜ਼ ਬਦਲ ਸਕਦਾ ਹੈ ਦੀਵਾਲੀ ਤੋਂ ਬਾਅਦ, ਜਿਸ ਦਾ ਕਿ ਹੁਣ ਅਸਰ ਦੇਖਣ ਨੂੰ ਮਿਲ ਰਿਹਾ। ਸੂਬੇ ਦੇ ਵਿੱਚ ਦੀਵਾਲੀ ਤੋਂ ਬਾਅਦ ਮੌਸਮ ਦਾ ਮਿਜਾਜ਼ ਬਦਲਿਆ ਹੈ। ਮੋਗਾ, ਅੰਮ੍ਰਿਤਸਰ, ਤਰਨਤਾਰਨ ਅਤੇ ਮਮਦੋੜ ਦੇ ਵਿੱਚ ਤੇਜ਼ ਹਵਾਵਾਂ ਦੇ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋਈ ਹੈ। ਉਧਰ ਦੂਜੇ ਪਾਸੇ ਸਭ ਨੂੰ ਲੈ ਕੇ ਕਿਸਾਨਾਂ ਦੇ ਵਿੱਚ ਚਿੰਤਾ ਦਾ ਆਲਮ ਪਾਇਆ ਜਾ ਰਿਹਾ ਹੈ। ਰੁੱਤ ਦੀ ਵਿਦਾਈ ਤੋਂ ਬਾਅਦ ਜਿਹੜੀ ਹੈ ਸਰਦ ਰੁੱਤ ਦੀ ਅੱਜ ਪਹਿਲੀ ਬਾਰਿਸ਼ ਹੋਈ ਹੈ, ਜਿਸ ਨੇ ਕਿਸਾਨਾਂ ਦੇ ਮੱਥੇ ਤੇ ਚਿੰਤਾਵਾਂ ਦੀਆਂ ਲਕੀਰਾਂ ਵਧਾ ਕੇ ਰੱਖ ਦਿੱਤੀਆਂ ਹਨ। ਕੀ ਡਰ ਸਤਾ ਰਿਹਾ ਹੈ, ਕਿਉਂ ਡਰ ਸਤਾ ਰਿਹਾ ਕਿਸਾਨਾਂ ਨੂੰ, ਆਓ ਇਸ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਹਾਂਜੀ ਕਿਸਾਨ ਜੀ, ਕੀ ਕਾਰਨ ਕੀ ਹੈ ਜਿਹੜੀ ਅੱਜ ਇੰਨੀ ਚਿੰਤਾ ਕਿਉਂ ਵੱਧ ਗਈ ਕਿਸਾਨਾਂ ਦੀ? ਇਹ ਜੀ ਮੌਸਮ ਖਰਾਬ ਹੋ ਗਿਆ ਤੇ ਕਣਕ ਦੀ ਬਿਜਾਈ ਸੀਗੀ ਤੇ ਕੁਛ ਤਾਂ ਉੱਗ ਪਈ ਮਾੜੀ ਮੋੜ, ਤੇ ਬਾਕੀ ਦੀ ਜਿਹੜੀ ਅਜੇ ਥੱਲੇ ਆ। ਕੀ ਪਤਾ ਹੁਣ ਇਹ ਕਰੰਡ ਹੋਏਗੀ, ਕੀ ਹੋਏਗਾ, ਇਹ ਤਾਂ ਬਾਅਦ 'ਚ ਹੀ ਪਤਾ ਲੱਗੂਗਾ। ਖਰਚਾ ਵੀ ਬਹੁਤ ਜ਼ਿਆਦਾ ਹੋਇਆ ਹੈ, ਤੇ ਡੀਜ਼ਲ ਤੁਹਾਨੂੰ ਪਤਾ ਬਹੁਤ ਮਹਿੰਗੇ ਹੋ ਗਏ ਨੇ। ਖਾਦ ਜਿਹੜੀ ਉਹ ਵੀ ਮਸਾਂ ਮਿਲੀ ਹੈ, ਤੇ ਜੇ ਕਈ ਵਾਰ ਕਣਕ ਚਲੋ ਮਾੜੀ ਵੀ ਹੋ ਜਾਂਦੀ, ਜਦੋਂ ਆਪਾਂ ਯੂਰੀਆ ਵਧੀਆ ਮਿਲ ਜਾਵੇ, ਚਾਹੇ ਜ਼ਿਆਦਾ ਮਿਲ ਜੇ, ਉਹਨੂੰ ਪਾ ਕੇ ਆਪਾਂ ਤਿਆਰ ਕਰ ਲਈਦਾ। ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ ਵੀ ਕੀ ਹਾਲ ਹੁੰਦੇ ਨੇ। ਜੇਕਰ ਮੀਂਹ ਹੋ ਜਾਂਦਾ ਹੈ ਤਾਂ ਦੁਬਾਰਾ ਬਿਜਾਈ ਕਰਨੀ ਪਏਗੀ ਕਿਸਾਨਾਂ ਨੂੰ? ਜੇ ਜ਼ਿਆਦਾ ਮੀਂਹ ਪੈਂਦਾ ਕਰਨੀ ਵੀ ਪੈ ਸਕਦੀ ਹੈ, ਤੇ ਜੇ ਮਤਲਬ ਇੰਨੇ ਕੁ ਜਿਵੇਂ ਥੋੜ੍ਹਾ ਜਿਹਾ ਘੱਟ ਪੈ ਜੇ ਤੇ ਨਹੀਂ ਵੀ ਕਰਨੀ ਪੈ ਸਕਦੀ। ਸਰਕਾਰਾਂ ਦੇ ਵੱਸ ਹੈ। ਜੇਕਰ ਮੀਂਹ ਹੋ ਜਾਂਦਾ ਤਾਂ ਕਿਸਾਨਾਂ ਦਾ ਜਿਹੜਾ ਹੈ ਡਰ ਹੋਰ ਜਿਹੜਾ ਹੈ ਵੱਧ ਰਿਹਾ ਹੈ। ਕਿਸਾਨਾਂ ਨੇ ਜਿਹੜੀ ਹੈ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਪਹਿਲਾਂ ਹੀ ਆਰਥਿਕ ਦੇ ਮੰਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਹੀ ਕਿਸਾਨੀ ਦੀ ਜਿਹੜੀ ਹੈ ਬਾਂਹ ਫੜੀ ਜਾਵੇ, ਤਾਂ ਜੋ ਕਿਸੇ ਵੀ ਤਰ੍ਹਾਂ ਨਾਲ ਉਹ ਡੁੱਬ ਨਾ ਸਕੇ।
ਤਰੁੱਕੜ ਦੇ ਜਲੰਧਰ ਦੇ ਜਿੱਥੇ ਕਿ ਇੱਕ ਨਕਾਬਪੋਸ਼ ਦੇ ਵੱਲੋਂ ਖਰੀਦਦਾਰੀ ਕਰ ਰਹੇ ਇੱਕ ਸ਼ਖਸ ਤੇ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਦੀਵਾਲੀ ਵਾਲੇ ਦਿਨ ਦੁਪਹਿਰ ਦੇ ਸਮੇਂ ਇਹ ਘਟਨਾ ਵਾਪਰੀ ਹੈ ਅਤੇ ਜੋ ਇਸ ਘਟਨਾ ਦੀਆਂ ਤਸਵੀਰਾਂ ਨੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ। ਤੁਸੀਂ ਦੇਖ ਸਕਦੇ ਹੋ ਜੋ ਤਸਵੀਰਾਂ ਇਸ ਸਮੇਂ ਤੁਹਾਡੀ ਸਕਰੀਨ ਤੇ ਨਸ਼ਰ ਹੋ ਰਹੀਆਂ ਸੀ ਕਿ ਇੱਕ ਦੁਕਾਨ ਤੇ ਜੋ ਇੱਕ ਸ਼ਖਸ ਆਪਣੇ ਪਰਿਵਾਰ ਦੇ ਨਾਲ ਖਰੀਦਦਾਰੀ ਕਰ ਰਿਹਾ ਸੀ ਕਿ ਇਹਨਾਂ ਨੂੰ ਇੱਕ ਬਾਹਰੋਂ ਨਕਾਬਪੋਸ਼ ਜੋ ਹਮਲਾਵਰ ਹੈ ਦੁਕਾਨ ਦੇ ਵਿੱਚ ਦਾਖਲ ਹੁੰਦਾ ਤੇਜ਼ਧਾਰ ਹਥਿਆਰ ਦੇ ਨਾਲ ਉਸ ਸ਼ਖਸ ਤੇ ਹਮਲਾ ਕਰਨਾ ਸ਼ੁਰੂ ਕਰ ਦਿੰਦਾ। ਕਈ ਵਾਰ ਕੀਤੇ ਜਾਂਦੇ ਨੇ ਅਤੇ ਇਸੇ ਦੌਰਾਨ ਜੋ ਸ਼ਖਸ ਹੈ ਗੰਭੀਰ ਜ਼ਖਮੀ ਹੁੰਦਾ ਜਿਸ ਨੂੰ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਭਰਤੀ ਕਰਵਾਇਆ ਗਿਆ। ਜੋ ਦਿਨ ਦਿਹਾੜੇ ਇਹ ਹਮਲੇ ਦੀ ਵਾਰਦਾਤ ਵਾਪਰੀ ਹੈ ਉਹ ਪੁਲਿਸ ਦੀ ਸੁਰੱਖਿਆ ਪ੍ਰਣਾਲੀ ਤੇ ਵੀ ਵੱਡੇ ਸਵਾਲ ਖੜੇ ਕਰਦੀ ਹੈ। ਹਾਲਾਂਕਿ ਤਿਉਹਾਰਾਂ ਦੇ ਮੱਦੇਨਜ਼ਰ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਚੌਕਸੀ ਨੂੰ ਲੈ ਕੇ ਵੱਡੇ ਦਾਅਵੇ ਕੀਤੇ ਜਾਂਦੇ ਨੇ, ਪਰ ਇਸ ਤਰ੍ਹਾਂ ਦੀਆਂ ਜੋ ਘਟਨਾਵਾਂ ਦਿਨ ਦਿਹਾੜੇ ਸ਼ਰੇਆਮ ਵਾਪਰਦੀਆਂ ਨੇ ਪੁਲਿਸ ਦੇ ਸੁਰੱਖਿਆ ਪ੍ਰਬੰਧਾਂ ਦੀ ਵੀ ਪੋਲ ਖੋਲ੍ਹਦੀਆਂ ਨੇ। ਜੋ ਇਹ ਜਲੰਧਰ ਦੇ ਵਿੱਚ ਇਹ ਘਟਨਾ ਵਾਪਰੀ ਹੈ, ਦੁਕਾਨ ਤੇ ਖਰੀਦਦਾਰੀ ਕਰਨ ਆਏ ਇੱਕ ਸ਼ਖਸ ਦੇ ਨਕਾਬਪੋਸ਼ ਦੇ ਵੱਲੋਂ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਾ ਰਿਹਾ ਹੈ, ਜਿਸ ਤੋਂ ਬਾਅਦ ਜ਼ਖਮੀ ਹਾਲਤ ਵਿੱਚ ਉਸ ਸ਼ਖਸ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਜਾ ਰਿਹਾ ਹੈ। ਫਿਲਹਾਲ ਪੁਲਿਸ ਦੇ ਵੱਲੋਂ ਜੋ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹਮਲਾਵਰ ਦੀ ਭਾਲ ਕੀਤੀ ਜਾ ਰਹੀ ਹੈ ਤੇ ਜਲਦ ਹੀ ਉਸ ਨੂੰ ਗ੍ਰਿਫਤਾਰ ਕਰਨ ਦੀ ਵੀ ਗੱਲ ਆਖੀ ਜਾ ਰਹੀ ਹੈ। ਜਿਹੜਾ ਸ਼ਾਮੀ ਇੰਸੀਡੈਂਟ ਹੋਇਆ ਹੈਗਾ ਆ ਇਹਦੇ ਰਿਕਾਰਡਿੰਗ ਜੋਲੀ ਅਟਵਾਲ ਵੱਲੋਂ ਜਿਹੜਾ ਵਿਕਰਮ ਮਹਾਮ ਜੋ ਕਿ ਭਰਤ ਦਾ ਬ੍ਰਦਰ ਹੈਗਾ ਆ ਉਹਦੇ ਤੇ ਆਪਣੇ 10-15 ਜਿਹੜੇ ਅਣਪਛਾਤੇ ਵਿਅਕਤੀਆਂ ਨੇ ਆ ਕੇ ਜਿਹੜਾ ਉਹਦਾ ਵਾਈਫ ਦੇ ਨਾਲ ਕਿਸੇ ਦੁਕਾਨ ਤੇ ਸ਼ਾਪਿੰਗ ਕਰਨ ਗਿਆ ਹੋਇਆ ਸੀ, ਉੱਥੇ ਆ ਕੇ ਉਹਦੀ ਜਿਹੜੀਆਂ ਕਿਰਪਾਨਾਂ ਔਰ ਲਾਠੀਆਂ ਨਾਲ ਜਿਹੜਾ ਉਹਦਾ ਹਮਲਾ ਕੀਤਾ। ਇਹਦੇ ਸੰਬੰਧ ਵਿੱਚ ਅਸੀਂ ਜਿਹੜੀ ਹੁਣ ਜਿਹੜਾ ਉਹਦਾ ਆਪਰੇਸ਼ਨ ਚੱਲ ਰਿਹਾ ਆ ਔਰ ਅਸੀਂ ਮੌਕੇ ਤੇ ਆ ਕੇ ਉਹਨਾਂ ਦੇ ਲੇਡੀ ਦੇ ਬਿਆਨਾਂ ਦੇ ਉੱਤੇ ਆ ਕੇ ਅਸੀਂ ਜਿਹੜਾ ਉਹਦੇ ਪਰਚਾ ਦਰਜ ਕਰ ਦਿੱਤਾ ਗਿਆ ਹੈਗਾ ਆ। ਜਿਹੜਾ ਸ਼ਾਮੀ ਇੰਸੀਡੈਂਟ ਹੋਇਆ ਹੈਗਾ ਆ ਉਧਰ ਗਿੱਦੜਬਾਹਾ ਦੇ ਨਜ਼ਦੀਕੀ ਪਿੰਡ ਦੋਦਾ ਦੇ ਵਿੱਚ ਜ਼ਮੀਨੀ ਝਗੜੇ ਕਾਰਨ ਇੱਕ ਮਹਿਲਾ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਨਵਾਂ ਮੋੜ ਆਇਆ। ਇਸ ਮਾਮਲੇ ਦੇ ਵਿੱਚ ਹੁਣ ਦੂਸਰੀ ਧਿਰ ਦੇ ਵੀ ਜੋ ਤਸਵੀਰਾਂ ਸਾਹਮਣੇ ਆਈਆਂ ਨੇ ਅਤੇ ਉਹਨਾਂ ਨੇ ਇਹ ਜ਼ਮੀਨ ਆਪਣੀ ਹੋਣ ਦਾ ਦਾਅਵਾ ਕੀਤਾ। ਦੋਹਾਂ ਧਿਰਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਦੂਸਰੇ ਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਨੇ। ਜ਼ਿਕਰਯੋਗ ਹੈ ਕਿ ਕੱਲ ਇਸ ਮਾਮਲੇ ਦੇ ਵਿੱਚ ਮਹਿਲਾਵਾਂ ਨਾਲ ਕੁੱਟਮਾਰ ਕਰਨ ਦੀ ਗੱਲ ਆਖੀ ਗਈ ਸੀ ਤੇ ਹੁਣ ਦੋਹਾਂ ਧਿਰਾਂ ਦੇ ਵੱਲੋਂ ਜ਼ਮੀਨ ਤੇ ਆਪਣਾ ਹੱਕ ਜਤਾਇਆ ਜਾ ਰਿਹਾ ਹੈ। ਇਹਨਾਂ ਦਾ ਨਾ ਕੋਈ ਜਗ੍ਹਾ ਨੂੰ ਲੈ ਕੇ ਸੀਗਾ ਟਾਇਲਟ ਦਾ, ਹਾਂਜੀ, ਤੇ ਜਿਹਦੇ ਪਿੱਛੇ ਕੱਲ੍ਹ ਇਹਨਾਂ ਦਾ ਆਪਸ ਵਿੱਚ ਲੜਾਈ ਝਗੜਾ ਹੋ ਗਿਆ ਤੇ ਉਹਦੇ ਵਿੱਚ ਇਹ ਆਪਣੇ ਅਮਨਦੀਪ ਕੌਰ ਪਤਨੀ ਇੰਦਰਜੀਤ ਸਿੰਘ ਵਾਸੀ ਦੋਦਾ ਦੇ ਬਿਆਨ ਪਰ 4 ਵਿਅਕਤੀਆਂ ਤੇ ਜਿਨ੍ਹਾਂ ਨੇ ਤੁਸੀਂ ਵੀਡੀਓ ਦੇ ਵਿੱਚ ਉਹਦੀ ਕੁੱਟਮਾਰ ਕੀਤੀ ਸੀ ਉਸ ਤੇ ਮੁਕੱਦਮਾ ਨੰਬਰ 295 ਦਰਜ ਕੀਤਾ ਗਿਆ ਤੇ ਉਸ ਦੇ ਮੁਤਾਬਕ ਹੁਣ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਜੀ ਅਸੀਂ ਸਾਡੇ ਥਾਂ 'ਤੇ ਸਟੇ ਹੋਈ ਵੀ ਸੀਗੀ, ਕੇਸ ਚੱਲੀ ਜਾਂਦਾ ਸੀਗਾ, ਇਹਨਾਂ ਨੇ ਧੱਕੇ ਨਾਲ ਨਾਪਿਆ ਜੀ ਮਨਦੀਪ ਸਿੰਘ ਮੇਜਰ ਸਿੰਘ ਨੇ ਤੇ ਜੀ ਜਦੋਂ ਅਸੀਂ ਰੋਕਣ ਗਏ ਵੀ ਸਟੇ ਮਿਲਿਆ ਸੀ ਵੀ ਇਹ ਥਾਂ 'ਚ ਵੜਨਾ ਨਹੀਂ ਕਿਸੇ ਨੇ। ਜਦੋਂ ਅਸੀਂ ਰੋਕਣ ਗਏ ਦੁਕਾਨ ਪਾਉਂਦੇ ਸੀ, ਜਦੋਂ ਅਸੀਂ ਰੋਕਣ ਗਏ ਬੁੜੀਆਂ ਗਈਆਂ ਸੀ ਜੀ ਤੇ ਸਾਨੂੰ ਇਹ ਡਾਂਗਾ ਨਾਲ ਡਹਿ ਗਏ। ਮੇਜਰ ਸਿੰਘ ਨੇ ਮੇਰੀਆਂ ਜੁੰਡੇ ਫੜ ਕੇ ਧੂਇਆ, ਮੇਰੀ ਇੱਜ਼ਤ ਨੂੰ ਹੱਥ ਪਾਇਆ, ਮੇਰੇ ਕੱਪੜੇ ਪਾੜੇ, ਇਹ ਮੈਨੂੰ ਧੂ ਕੇ ਲੱਤਾਂ ਮਾਰੀਆਂ ਮੇਰੇ ਢਿੱਡ 'ਚ, ਇਹ ਗਾਂਹ ਲਿਜਾਣ ਲੱਗੇ ਇੱਜ਼ਤ ਨੂੰ ਪੈਂਦੇ ਸੀ ਮੇਰੀ ਨੂੰ ਜੀ। ਜਦੋਂ ਅਸੀਂ ਦੋਨੇ ਬੁੜੀਆਂ ਮੇਰਾ ਦਿਓਰ ਛਡਾਉਣ ਗਿਆ ਉਹਨਾਂ ਨੂੰ ਇਹਨਾਂ ਨੇ ਡਾਂਗਾ ਨਾਲ ਉੱਥੇ ਕੁੱਟ ਸਿੱਟਿਆ। ਇਹਨਾਂ ਤੇ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ, ਸਖਤ ਤੋਂ ਸਖਤ। ਮੈਂ ਤਾਂ ਇਹੀ ਇਨਸਾਫ ਚਾਹੁੰਦੀ ਹਾਂ। ਖੇਤੀ ਕਾਨੂੰਨ ਦੇ ਖਿਲਾਫ ਕਿਸਾਨਾਂ ਦਾ ਸੰਘਰਸ਼ ਲਗਾਤਾਰ ਜਾਰੀ ਹੈ। ਦੀਵਾਲੀ ਮੌਕੇ ਵੀ ਕਿਸਾਨਾਂ ਵੱਲੋਂ ਕੇਂਦਰ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਕਿਸਾਨਾਂ ਦੇ ਵੱਲੋਂ ਮਸ਼ਾਲ ਜਗਾ ਕੇ ਦੀਵਾਲੀ ਮਨਾਈ ਗਈ ਹੈ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਤਾਂ 26 ਅਤੇ 27 ਨਵੰਬਰ ਨੂੰ ਉਹ ਕੇਂਦਰ ਸਰਕਾਰ ਦਾ ਘਿਰਾਵ ਕਰਨਗੇ। ਦਿੱਲੀ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਕਿਸਾਨਾਂ ਨੇ ਇਸ ਮੌਕੇ ਇਹ ਵੀ ਐਲਾਨ ਕੀਤਾ ਕਿ ਜਦੋਂ ਤੱਕ ਖੇਤੀ ਕਾਨੂੰਨ ਰੱਦ ਨਹੀਂ ਹੋ ਜਾਂਦੇ ਇਹ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਕਿ ਜਿਸ ਉਮੀਦ ਤੇ ਅਸੈਸਮੈਂਟ ਦੇ ਨਾਲ ਅਸੀਂ ਗਏ ਸੀ, ਠੀਕ ਉਹ ਅਸੈਸਮੈਂਟ ਸਾਡੀ 100% ਸਹੀ ਰਹੀ, ਕਿਉਂਕਿ ਸਾਨੂੰ ਪਤਾ ਸੀ ਕਿ ਸਾਡੀ ਪਹਿਲੀ ਮੀਟਿੰਗ ਮੰਤਰੀਆਂ ਦੇ ਨਾਲ ਹੈ, ਪਿਛਲੀ ਮੀਟਿੰਗ ਸੈਕਟਰੀ ਨਾਲ ਸੀ ਜਿਹੜੀ ਬੇਨਤੀ ਜਾ ਰਹੀ ਸੀ। ਇਹ ਕੱਲ ਜਿਹੜੀ ਮੰਤਰੀਆਂ ਦੇ ਨਾਲ ਮੀਟਿੰਗ ਹੋਈ ਹੈ ਜਿਹਦੇ ਵਿੱਚ ਸਾਡੇ 3 ਸਪੀਕਰਾਂ ਨੇ ਸਾਡਾ ਪੱਖ ਜਿਹੜਾ 1 ਘੰਟਾ ਲਾ ਕੇ ਪੂਰਾ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਔਰ ਇਹ ਵੀ ਗੱਲ ਮੈਂ ਤੁਹਾਨੂੰ ਦੱਸ ਦਿਆਂ ਕਿ ਅਸੀਂ ਉਹਨਾਂ ਨੂੰ ਆਪਣਾ ਪੱਖ ਦੱਸਣ ਦੇ ਵਿੱਚ 100% ਕਾਮਯਾਬ ਰਹੇ। ਸਾਡੇ ਲੀਡਰਾਂ ਨੇ ਪੁੱਟ ਜੋ ਕੀਤਾ ਕੇਸ, ਉਹਨਾਂ ਦੀ ਬਿਊਰੋਕ੍ਰੇਸੀ ਔਰ ਉਹਨਾਂ ਦੇ ਮੰਤਰੀ ਨਿਰਉੱਤਰ ਸੀ। ਤੇ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ।
ਸੂਬੇ ਦੇ ਵਿੱਚ ਬਦਲਿਆ ਮੌਸਮ ਦਾ ਮਿਜਾਜ਼, ਕਈ ਥਾਂ ਸ਼ੁਰੂ ਹੋਈ ਹਲਕੀ ਬਾਰਿਸ਼। ਅੰਮ੍ਰਿਤਸਰ ਦੇ ਵਿੱਚ ਦਿਨ ਵੇਲੇ ਹੀ ਛਾਇਆ ਹਨੇਰਾ, ਕਿਸਾਨਾਂ ਦੀਆਂ ਵਧੀਆਂ ਚਿੰਤਾਵਾਂ। ਹੁਸ਼ਿਆਰਪੁਰ ਦੇ ਵਿੱਚ ਵਾਪਰਿਆ ਸੜਕ ਹਾਦਸਾ, ਚਲਦੀ ਕਾਰ ਨੂੰ ਲੱਗੀ ਅੱਗ। ਕਾਰ ਦੇ ਵਿੱਚ ਜ਼ਿੰਦਾ ਸੜੇ 2 ਵਕੀਲ ਦਰਖਤ ਨਾਲ ਟਕਰਾਉਣ ਤੋਂ ਬਾਅਦ ਕਾਰ ਨੂੰ ਲੱਗੀ ਅੱਗ। ਦੀਵਾਲੀ ਤੇ ਵੱਖ-ਵੱਖ ਥਾਈਂ ਵਾਪਰੀਆਂ ਅੱਗਜਨੀ ਦੀਆਂ ਘਟਨਾਵਾਂ, ਕਈ ਥਾਈਂ ਅੱਗ ਦਾ ਦਿਖਿਆ ਤਾਂਡਵ। ਦੀਵਾਲੀ ਤੋਂ ਬਾਅਦ ਹੋਰ ਜ਼ਹਿਰੀਲੀ ਹੋਈ ਆਬੋ ਹਵਾ। ਅੰਮ੍ਰਿਤਸਰ ਅਤੇ ਲੁਧਿਆਣਾ ਬਣੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ। ਜਲੰਧਰ ਦੇ ਵਿੱਚ ਨਕਾਬਪੋਸ਼ ਬਦਮਾਸ਼ਾਂ ਦੀ ਦਹਿਸ਼ਤ, ਤੇਜ਼ਧਾਰ ਹਥਿਆਰ ਦੇ ਨਾਲ ਵਿਅਕਤੀ ਤੇ ਕੀਤਾ ਜਾਨਲੇਵਾ ਹਮਲਾ। ਸੀਸੀਟੀਵੀ ਦੇ ਵਿੱਚ ਕੈਦ ਹੋਈਆਂ ਤਸਵੀਰਾਂ। ਅਤੇ ਅੱਜ ਮਨਾਇਆ ਜਾ ਰਿਹਾ ਵਿਸ਼ਵਕਰਮਾ ਦਿਵਸ। ਦਸਤਕਾਰੀ ਦੇ ਔਜ਼ਾਰਾਂ ਦੀ ਕੀਤੀ ਜਾਂਦੀ ਹੈ ਪੂਜਾ। ਕਿਰਤ ਦੇ ਦੇਵਤਾ ਬਾਬਾ ਵਿਸ਼ਵਕਰਮਾ ਨੇ ਸ਼ਿਵ ਦੇ ਤ੍ਰਿਸ਼ੂਲ ਅਤੇ ਵਿਸ਼ਨੂੰ ਦੇ ਚੱਕਰ ਦੀ ਵੀ ਕੀਤੀ ਸੀ ਰਚਨਾ। ਫਿਲਹਾਲ ਇਸ ਬੁਲੇਟਿਨ ਦੇ ਵਿੱਚ ਬਸ ਇੰਨਾ ਹੀ। ਜੇਕਰ ਤੁਸੀਂ ਕੋਈ ਵੀ ਜਾਣਕਾਰੀ ਜਾਂ ਸੁਝਾਅ ਸਾਡੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ news@fastway.in ਤੇ ਸਾਡੇ ਨਾਲ ਸੰਪਰਕ ਕਰ ਸਕਦੇ ਹੋ। ਇਸ ਤੋਂ ਇਲਾਵਾ ਸਾਨੂੰ www.fastway.in ਤੇ ਆਨਲਾਈਨ ਵੀ ਦੇਖ ਸਕਦੇ ਹੋ। ਮੈਨੂੰ ਦਿਓ ਇਜਾਜ਼ਤ, ਧੰਨਵਾਦ।